ਸੂਰਿਆ ਐਨਕਲੇਵ ਦੀ ਮੇਨ ਸੀਵਰ ਲਾਈਨ ਦੇ ਵਿੱਚ ਜਿਹੜਾ ਕੱਲ੍ਹ ਵਿਵਾਦ ਹੋਇਆ ਹੈ ਉਹਦੇ ਬਾਰੇ ਕੁਝ ਜਾਣਕਾਰੀ ਦਿਓ, ਕੀ ਮਾਮਲਾ ਸੀ? ਸਭ ਤੋਂ ਪਹਿਲੇ ਤਾਂ ਮੈਂ ਸਾਰਾ ਮੀਡੀਆ ਦਾ ਧੰਨਵਾਦ ਕਰਨਾ ਚਾਹੁੰਦਾ। ਦੇਖੋ, ਅਸੀਂ ਜਦੋਂ ਚੁਣਾਵ ਜਿੱਤੇ ਹਾਂ 2017 ਦੇ ਵਿੱਚ, ਮੇਰਾ ਵਾਰਡ ਮੇਰਾ ਪਰਿਵਾਰ ਇਸ ਸਲੋਗਨ ਦੇ ਨਾਲ ਅਸੀਂ ਫੀਲਡ 'ਚ ਆਏ ਸੀਗੇ ਔਰ ਤੁਹਾਡੇ ਸਭ ਦੇ ਸਹਿਯੋਗ ਦੇ ਨਾਲ ਅਸੀਂ 4.5 ਸਾਲਾਂ ਦੇ ਵਿੱਚ ਇਹਦੇ 'ਤੇ ਵੀ ਕਿੰਨੀ ਵਾਰੀ ਅਸੀਂ ਜਿਹੜਾ ਮਸਲਾ ਹੈ ਇਹ ਲੈ ਕੇ ਉੱਠੇ ਹਾਂ ਔਰ ਇਸ ਬਾਬਤ ਕਿੰਨੀ ਵਾਰੀ ਅਸੀਂ ਟਰਸਟ ਨੂੰ ਵੀ ਔਰ ਨਿਗਮ ਨੂੰ ਵੀ ਇਹਦਾ ਮੈਮੋਰੰਡਮ ਦਿੱਤੇ ਆ, ਮੰਗ ਪੱਤਰ ਦਿੱਤੇ ਆ ਔਰ ਲਾਈਵ ਹੋ ਕੇ ਵੀ ਤੁਹਾਡੇ ਸਭ ਦੇ ਸਹਿਯੋਗ ਦੇ ਨਾਲ ਅਸੀਂ ਇਹ ਮੁੱਦਾ ਬੜੀ ਵਾਰ ਚੁੱਕਿਆ ਹੈ। ਮੈਨੂੰ ਇਹ ਧਿਆਨ 'ਚ ਆਇਆ ਕਿ ਨਵੰਬਰ 11 ਦੇ ਵਿੱਚ 11ਵੇਂ ਮਹੀਨੇ 2021 ਦੇ ਵਿੱਚ ਇਹਦਾ ਜਦੋਂ ਸੀਵਰ ਲਾਈਨ ਪਾਉਣ ਦਾ ਜਦੋਂ ਕੰਮ ਸ਼ੁਰੂ ਹੋਇਆ ਤੇ ਸਾਨੂੰ ਵੀ ਲੱਗਾ ਕਿ ਕਿਤੇ ਨਾ ਕਿਤੇ ਇੱਕ ਉਮੀਦ ਦੀ ਕਿਰਨ ਨਿਕਲੀ ਹੈ, ਕਿਉਂਕਿ ਆਪਾਂ ਧਿਆਨ ਕਰੀਏ ਨਵਯੁਗ ਫੈਕਟਰੀ ਤੋਂ ਲੈ ਕੇ ਭੱਠਾ ਰੋਡ ਵਾਲੀ ਸਾਰੀ ਸੜਕ ਜਿਹੜੀ ਉਹ ਡੈੱਡ ਹੋ ਗਈ। ਮੇਰੇ ਆਪਣੇ ਪਰਿਵਾਰ ਹੀ ਉੱਥੇ ਰਹਿੰਦੇ ਆ, ਜੋਸ਼ੀ ਜੀ ਰਹਿੰਦੇ ਆ, ਉਸ ਤੋਂ ਬਾਅਦ ਸੋਨੀ ਜੀ ਰਹਿੰਦੇ ਆ, ਹਾਂਜੀ ਭਰਤ ਭੂਸ਼ਣ ਕੋਹਲੀ ਜੀ ਰਹਿੰਦੇ ਆ, ਸਾਰੇ ਪਰਿਵਾਰ ਆਪਣੀ। ਹੋਰ ਕੀ ਕਹਿਣਾ, ਮੇਰਾ ਆਪਣਾ ਉੱਥੇ SCO ਵੀ ਹੈ, ਪਰ ਉਹ ਡੈੱਡ ਹੋਣ ਕਰਕੇ ਇੱਕ ਛੱਪੜ ਦੀ ਜਗ੍ਹਾ ਅੱਜ ਕਿੰਨੇ ਛੱਪੜ ਹੋ ਗਏ। ਤੁਹਾਡੇ ਧਿਆਨ 'ਚ ਮੈਂ ਲਿਆਉਣਾ ਚਾਹੁੰਦਾ, 80 ਲੱਖ ਰੁਪਈਆ ਇਹਨਾਂ ਨੇ ਖਰਚ ਕੀਤਾ ਨਿਗਮ ਨੇ ਪਿਛਲੇ ਟਾਈਮ ਦੇ ਵਿੱਚ ਔਰ ਨਵਯੁਗ ਫੈਕਟਰੀ ਤੱਕ ਸੀਵਰ ਲਾਈਨ ਪਾਈ। ਹਾਈਵੇ ਅਥਾਰਟੀ ਤੋਂ ਇਹਨਾਂ ਨੂੰ ਪਰਮਿਸ਼ਨ ਨਹੀਂ ਮਿਲੀ, ਉਹ ਲਾਈਨ ਡੈੱਡ ਹੋ ਗਈ। ਉਸ ਤੋਂ ਬਾਅਦ ਲਾਕੜਾ ਜੀ ਸੀਗੇ ਇੱਥੇ ਕਮਿਸ਼ਨਰ, ਉਹਨਾਂ ਦੇ ਨਾਲ ਸਾਰੇ ਵਿਧਾਇਕ, ਤੁਸੀਂ ਮੇਰੇ ਖਿਆਲ ਉਦੋਂ ਵੀ ਕਵਰ ਕੀਤਾ ਸੀਗਾ, ਸਾਰੇ ਵਿਧਾਇਕ ਇੱਥੇ ਆਏ। 3 ਦਿਨ 3 ਰਾਤ ਲਗਾਤਾਰ ਨਿਗਮ ਦੇ ਅਧਿਕਾਰੀ ਉੱਥੇ ਬੈਠੇ ਰਹੇ, ਉਹਨਾਂ ਨੇ ਕੰਮ ਕੀਤਾ। 60 ਲੱਖ ਰੁਪਈਆ ਉੱਥੇ ਖਰਚ ਹੋਇਆ। ਉਹ ਵੀ ਕੋਈ ਸਵਾਲ ਕਰਨ ਵਾਲਾ ਹੋਵੇ ਉਹ ਕਿੱਥੇ ਗਿਆ ਸਭ ਕੁਝ। ਉਸ ਤੋਂ ਬਾਅਦ 1 ਸਾਲ ਹੋ ਗਿਆ ਉੱਥੇ ਜਨਰੇਟਰਾਂ ਦੇ ਨਾਲ ਪਾਣੀ ਜਿਹੜਾ ਵਾ ਉਹ ਕੱਢਿਆ ਜਾ ਰਿਹਾ ਔਰ ਇੱਕ ਜਨਰੇਟਰ ਦਾ ਚੋਰੀ ਵੀ ਹੋ ਗਿਆ ਉੱਥੇ। ਹੁਣ ਸਵਾਲ ਇਹ ਪੈਦਾ ਹੁੰਦਾ ਵੈ ਕਿ ਇੱਥੇ ਜਦੋਂ ਸੀਵਰ ਲਾਈਨ ਜੁੜਨੀ ਸ਼ੁਰੂ ਹੋਈ ਜਾਂ ਪੈਣੀ ਸ਼ੁਰੂ ਹੋਈ, ਉਹ ਰੁਕੀ ਕਿਉਂ? ਉਹਦੇ ਵਿੱਚ ਕੁਝ ਟੈਕਨੀਕਲ ਪ੍ਰੋਬਲਮ ਸੀਗੀਆਂ। ਉਹ ਟੈਕਨੀਕਲ ਪ੍ਰੋਬਲਮ ਕੀ ਸੀਗੀਆਂ? ਇੱਕ ਵੱਡੀ ਜਿਹੀ ਖਾਈ ਖੋਦ ਦਿੱਤੀ ਗਈ। ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਫੋਟੋਆਂ, ਇਹ ਦੇਖੋ, ਇਹ ਆਹ ਸਥਿਤੀ ਹੋ ਗਈ ਸੀਗੀ ਬਾਰਿਸ਼ਾਂ ਦੇ ਵਿੱਚ। ਆਏ ਦਿਨ ਉੱਥੇ ਸਲਿਪਰੀ ਹੋਣ ਕਰਕੇ ਐਕਟਿਵਾ 'ਤੇ ਬੱਚੇ ਬਜ਼ੁਰਗ ਜਿਹੜੇ ਆ ਉਹ ਡਿੱਗਦੇ ਸੀਗੇ। ਉੱਥੇ ਦੇ ਲੋਕਾਂ ਨੂੰ ਦਹਿਸ਼ਤ ਪੈ ਗਈ, ਕਿਤੇ ਮਕਾਨਾਂ ਦੀਆਂ ਉਹਨਾਂ ਦੀਆਂ ਨੀਹਾਂ ਨਾ ਹਿਲ ਜਾਣ। ਸਾਬਕਾ MLA ਨੇ ਉਹ ਕੰਮ ਸ਼ੁਰੂ ਕਰਵਾਇਆ, ਸਾਬਕਾ MLA ਨੇ ਉਹ ਕੰਮ ਰੁਕਵਾਇਆ। ਉਦੋਂ ਅਸੀਂ ਤਾਂ ਅਰਦਾਸ ਕੀਤੀ ਸੀ ਕਿ ਚਲੋ ਇਸ ਜਿਹੜਾ ਕੋੜ ਹੀ ਇੱਕ ਤਰ੍ਹਾਂ ਦਾ ਛੱਪੜ ਜਿਹੜਾ ਵੈ ਇਹਦਾ ਸਮਾਧਾਨ ਹੋਏਗਾ, ਸਾਡੇ ਏਰੀਏ ਦੀ ਨੁਹਾਰ ਬਦਲੇਗੀ, ਵਧੀਆ ਹੋ ਜਾਏਗਾ। ਬਜਾਏ ਕਿ ਉਸ ਚੀਜ਼ ਨੂੰ ਟੈਕਨੀਕਲੀ ਦੇਖਣ ਦੇ ਵਿਵਾਦਿਤ ਪਰਿਸਥਿਤੀਆਂ 'ਚ ਲੈ ਗਏ ਆਪਾਂ। ਮੈਨੂੰ ਕੱਲ੍ਹ MLA ਸਾਹਿਬ ਦਾ ਫੋਨ ਆਇਆ 12 ਵਜੇ ਕਿ ਅਸੀਂ 3 ਵਜੇ ਆ ਰਹੇ ਹਾਂ ਉੱਥੇ ਅਤੇ ਆਪਾਂ ਇਸ ਮਸਲੇ ਦੇ ਉੱਪਰ ਗੱਲ ਕਰੀਏ। ਮੈਂ ਕਿਹਾ ਜੀ ਬਿਲਕੁਲ ਹੱਲ ਹੋਣਾ ਚਾਹੀਦਾ। ਜਿਹੜੀਆਂ 26 ਕਲੋਨੀਆਂ ਦਾ ਪਿੱਛੋਂ ਪਾਣੀ ਆਉਂਦਾ ਵੈ, ਉਹਨਾਂ ਦਾ ਵੀ ਨਰਕੀਏ ਜੀਵਨ ਆ, ਉਹ ਨਿਕਲਣਾ ਚਾਹੀਦਾ ਵੈ। ਅਸੀਂ ਇੱਕ ਵਾਰੀ ਨਹੀਂ, ਤੁਸੀਂ ਤਾਂ ਇਲੈਕਸ਼ਨ ਤੋਂ ਪਹਿਲੇ ਇੱਕ ਵਾਰੀ ਆਏ ਸੀ, ਅਸੀਂ ਤਾਂ ਪਤਾ ਨਹੀਂ ਅਣਗਿਣਤ ਵਾਰੀ ਉੱਥੇ ਮੁੱਦਾ ਚੁੱਕਿਆ। ਤੁਹਾਡੇ ਸਭ ਦੇ ਧਿਆਨ 'ਚ ਹੋਣਾ, ਉੱਥੇ ਇੱਕ ਮਾਤਾ ਜੀ ਦਾ ਮਕਾਨ ਵੀ ਜਿਹੜਾ ਸੀਗਾ ਉਹ ਗਿਰ ਗਿਆ ਸੀਗਾ ਔਰ ਤੁਸੀਂ ਉਹ ਕਵਰ ਵੀ ਕੀਤਾ ਸੀਗਾ। ਅਸੀਂ ਸਮਾਜ ਦੇ ਸਹਿਯੋਗ ਦੇ ਨਾਲ ਉਸ ਮਕਾਨ ਨੂੰ ਦੁਬਾਰਾ ਬਣਾਇਆ, ਉਹਨਾਂ ਦੀ ਵਿਵਸਥਾ ਕੀਤੀ ਸਾਰੀ। ਉਹ ਤੁਸੀਂ ਸਭ ਉੱਥੇ ਸੀਗੇ। ਉਹ ਜਿਹੜੇ ਸੱਜਣਾ ਨੇ ਸਹਿਯੋਗ ਕੀਤਾ, ਤੁਸੀਂ ਉਹਨਾਂ ਦਾ ਵੀ ਧੰਨਵਾਦ ਕੀਤਾ ਵੈ। ਮੇਰੀ ਤਾਂ ਹੁਣ ਵੀ ਬੇਨਤੀ ਇਹੀ ਹੈ ਕਿ ਕਿਸੇ ਤਰੀਕੇ ਨਾਲ ਇਹਨੂੰ ਵਧੀਆ ਸੁਚਾਰੂ ਤਰੀਕੇ ਨਾਲ ਬਣਾਉਣ ਦਾ ਪ੍ਰਯਾਸ ਕੀਤਾ ਜਾਵੇ। ਜਿੰਨੀ ਕੁ ਪਾਈਪ ਹੈ ਉਸ ਤੋਂ ਡਬਲ ਏਰੀਆ ਜੇ ਆਪਾਂ ਖੋਦੀਏ, ਪਾਈਪ ਪਾਈਏ, ਫਿਰ ਉਹਨੂੰ ਭਰ ਕੇ ਦੁਬਾਰਾ ਅੱਗੇ ਪ੍ਰੋਸੈਸ ਇਨ ਪਾਰਟਸ ਆਪਾਂ ਕਰ ਲਈਏ, ਠੀਕ ਹੈ, ਥੋੜ੍ਹੀ ਲੇਬਰ ਜ਼ਿਆਦਾ ਲੱਗੇਗੀ, ਟਾਈਮ ਜ਼ਿਆਦਾ ਲੱਗੇਗਾ, ਪਰ ਉਹਦੇ ਵਿੱਚ ਕੀ ਹੈ ਕਿ ਮਸਲਾ ਜਿਹੜਾ ਵਾ ਨਾ ਉਹ ਹੱਲ ਹੋਏਗਾ। ਇਹੀ ਸਵਾਲ ਅਸੀਂ ਜਿਹੜੇ ਟੈਕਨੀਕਲ ਆਏ ਸੀਗੇ, ਐਕਸੀਅਨ ਸਾਹਿਬ, ਉਦੋਂ SDO ਸਾਹਿਬ, ਉਹਨਾਂ ਨੂੰ ਵੀ ਅਸੀਂ ਇਹੀ ਸਵਾਲ ਕੀਤਾ ਸੀਗਾ ਅਤੇ ਉਹਦਾ ਕੋਈ ਸਪਸ਼ਟੀਕਰਨ ਸਾਨੂੰ ਨਹੀਂ ਦੇ ਪਾਏ ਸੀ।
ਵਿਧਾਇਕ ਰਮਨ ਅਰੋੜਾ ਜੀ ਨੇ ਤੁਹਾਡੇ ਤੇ ਇਹ ਸਾਜ਼ਿਸ਼ ਦੇ ਦੋਸ਼ ਵੀ ਲਾਏ ਹੈ ਕਿ ਉਹਨਾਂ ਨੇ ਜਿਹੜੇ ਮੌਕੇ ਦੇ ਜਿਹੜੇ ਕੌਂਸਲਰ ਆ ਉਹਨਾਂ ਨੇ ਸੋਚੀ ਸਮਝੀ ਸਾਜ਼ਿਸ਼ ਤਹਿਤ ਇਹ ਜਿਹੜਾ ਹੰਗਾਮਾ ਕੀਤਾ, ਇਹਦੇ ਬਾਰੇ ਤੁਸੀਂ ਕੀ ਸਪਸ਼ਟੀਕਰਨ ਦਿਓ? ਇੱਕ ਸਰ ਤੁਸੀਂ ਕਹਿ ਰਹੇ ਸੀ, ਹੁਣੇ ਕਿਹਾ ਕਿ ਮੈਨੂੰ ਪਹਿਲਾਂ 1 ਵਜੇ ਉਹਨਾਂ ਦੀ ਕਾਲ ਵੀ ਆਈ, 11 ਮਿੰਟ ਤੁਹਾਡੀ ਗੱਲ ਹੋਈ ਹੈ, ਹਾਂਜੀ ਹਾਂਜੀ ਤੇ ਜਿਹੜੀ ਇਹ ਗੱਲ ਹੋਈ ਹੈ ਉਸ ਤੋਂ ਬਾਅਦ ਦਾ ਜਿਹੜਾ ਮਸਲਾ ਹੈਗਾ ਉਹ 3 ਵਜੇ ਦਾ। ਹਾਂਜੀ ਹਾਂਜੀ ਤੇ ਇਸ ਗੱਲ ਦਾ ਥੋੜਾ ਦੱਸੋ ਜੀ ਇਹਦੇ ਬਾਰੇ। ਇੱਕ ਪਾਸੇ ਮੈਨੂੰ 3 ਵਜੇ ਦਾ ਉਹਨਾਂ ਨੇ ਟਾਈਮ ਦਿੱਤਾ ਵਾ। ਅੱਛਾ ਜੀ। ਮੈਂ 3 ਵਜੇ ਕੇ 5 ਮਿੰਟ ਤੇ ਉੱਥੇ ਪਹੁੰਚਿਆ ਵਾਂ ਜਿੱਥੇ ਮੇਨ ਪ੍ਰੋਬਲਮ ਹੈ ਮਹਾਰਾਜਾ ਰਣਜੀਤ ਸਿੰਘ ਐਵੀਨਿਊ ਦੇ ਵਿੱਚ। ਉੱਥੇ ਮੇਰਾ ਬੜਾ ਅੱਛਾ ਸ਼ਿਸ਼ਟਾਚਾਰਿਕ ਤਰੀਕੇ ਦੇ ਨਾਲ ਮੈਂ ਉਹਨਾਂ ਨੂੰ ਰਾਮ ਕੀਤੀ ਹੈ। ਉਹਨਾਂ ਨੇ ਮੈਨੂੰ ਉਹਦਾ ਜਵਾਬ ਦਿੱਤਾ ਹੈ। ਕਮਿਸ਼ਨਰ ਸਾਹਿਬ, ਸਾਰੀ ਟੀਮ ਨਿਗਮ ਦੀ ਸੀਗੀ, ਸਾਰੇ ਆਫੀਸਰ ਸੀਗੇ, ਮੇਰਾ ਸਭ ਨਾਲ ਮਿਲਣਾ ਹੋਇਆ ਹੈ। ਉਹ ਉੱਥੋਂ ਦੀ ਇੱਥੇ ਤੱਕ ਜਦੋਂ ਆਏ ਆ, ਉਸ ਤੋਂ ਬਾਅਦ ਮੈਨੂੰ ਆਪ ਨਹੀਂ ਸਮਝ ਆਈ ਕਿ ਹੋਈ ਕੀ ਗੱਲ, ਕਿਉਂਕਿ ਜਿਹੜਾ ਮੈਸੇਜ ਵੀ ਸੂਰਿਆ ਐਨਕਲੇਵ ਦੇ ਗਰੁੱਪਾਂ 'ਚ ਸੀਗਾ ਉਹ ਇਹੀ ਸੀਗਾ ਕਿ ਜਿਹੜੇ ਇਸ਼ੂਜ਼ ਹੈ ਉਹਨਾਂ 'ਤੇ ਡਿਸਕਸ਼ਨ ਹੋਏਗੀ ਤੇ ਆਪਾਂ ਕੁਝ ਸੋਲਿਊਸ਼ਨ ਵਾਲੇ ਪਾਸੇ ਜਿਹੜਾ ਵਾ ਉਹ ਚੱਲਾਂਗੇ। ਤੇ ਮੈਨੂੰ ਤਾਂ ਇਹੀ ਲੱਗਦਾ ਸੀਗਾ ਕਿ ਕੱਚੇ, ਕਿਉਂਕਿ ਤਦ ਦੇ ਅਸੀਂ ਸਿਰਫ ਜਿਹੜੇ ਉੱਥੇ ਦੇ ਰੈਜ਼ੀਡੈਂਟ ਸੀਗੇ ਉਹ ਸੀਗੇ, ਪਲੱਸ ਮੈਂ ਤੁਸੀਂ ਸਾਰੇ ਸੱਜਣ ਉੱਥੇ ਹੀ ਸੀਗੇ। ਤੁਸੀਂ ਕੋਈ ਇੱਕ ਵੀਡੀਓ ਦਿਖਾ ਦਿਓ ਮੈਨੂੰ ਜਿਹਦੇ ਵਿੱਚ ਮੈਂ ਇੱਕ ਸ਼ਬਦ ਵੀ ਕੋਈ ਬੋਲਿਆ ਹੋਵੇ। ਮੈਂ ਤੇ ਤੁਹਾਡੇ ਤੇ ਕੋਈ ਐਲੀਗੇਸ਼ਨ ਲਾ ਰਹੇ ਕਿ ਤੁਹਾਡੀ ਸਾਜ਼ਿਸ਼ ਹੈ? ਨਹੀਂ, ਇਹ ਤੇ ਮੈਨੂੰ ਆਪ ਨਹੀਂ ਸਮਝ ਆਈ। ਜੇ ਮੇਰੇ ਤੇ ਇਲਜ਼ਾਮ ਲਾਉਣ ਦਾ ਮਤਲਬ ਤੇ ਇਹੀ ਹੈ ਕਿ ਕਿਤੇ ਨਾ ਕਿਤੇ ਉਹਨਾਂ ਨੂੰ ਆਪਣਾ ਲੱਗਦਾ ਹੈ ਕਿ ਮੈਂ ਨਹੀਂ ਇਹ ਕਰ ਪਾ ਰਿਹਾ, ਇਸ ਕਰਕੇ ਦੂਜੇ ਪਾਸੇ ਪਾਓ। ਦੇਖੋ, ਦੀ ਗੱਲ ਨਹੀਂ, ਉਹਨੂੰ ਸਮਝ ਨਹੀਂ ਪਾ ਰਹੇ ਉਹਨਾਂ ਨੇ ਕੀ ਕਰਨਾ। ਆਪਾਂ ਸਮਝਣਾ ਚਾਹੀਦਾ ਇਸ ਗੱਲ ਨੂੰ ਕਿ ਤੁਸੀਂ ਜਦੋਂ ਪਹਿਲੀ ਵਿਜ਼ਿਟ ਕੀਤੀ ਸੀ ਉਹਦੇ 'ਚ ਆਪਾਂ ਟੀਮਾਂ ਬਣਾਈਆਂ ਕਿ 6 ਮੈਂਬਰੀ ਕਮੇਟੀ ਬਣਾਤੀ, ਪਲੱਸ ਉਹਨਾਂ ਨੇ ਸੈਕਿੰਡ ਰੂਟ 'ਤੇ ਵਿਜ਼ਿਟ ਕੀਤੀ। ਮੈਂ ਤੁਹਾਡੇ ਮਾਧਿਅਮ ਨਾਲ ਦੱਸਣਾ ਚਾਹੁੰਦਾ, MLA ਸਾਹਿਬ ਨੇ ਸਾਨੂੰ ਆ ਕੇ ਦੱਸਿਆ ਕਿ ਸੈਕਿੰਡ ਰੂਟ ਵੀ ਹੈਗਾ ਔਰ ਉਹਦੇ ਵਿੱਚ 40 ਲੱਖ ਰੁਪਇਆ ਘੱਟ ਲੱਗਦਾ ਵਾ। ਇਹ ਮੇਰਾ ਵਰਸ਼ਨ ਨਹੀਂ ਹੈ, ਇਹ ਉਹਨਾਂ ਦਾ ਵਰਸ਼ਨ ਹੈ। ਔਰ ਉਸ ਤੋਂ ਬਾਅਦ ਰਮਨ ਅਰੋੜਾ ਜੀ ਨੇ ਮੌਜੂਦਾ ਹੈ। ਹਾਂਜੀ ਹਾਂਜੀ। ਉਸ ਤੋਂ ਬਾਅਦ ਉਹਨਾਂ ਦਾ ਇੱਕ ਵੀਡੀਓ ਮੈਂ ਤੁਹਾਨੂੰ ਦਿਖਾ ਦਿੰਦਾ ਜੇ ਕਹਿੰਦੇ ਹੋ ਤਾਂ। ਦਿਖਾ ਦਿਓ ਸਰ ਮੜੇ। ਹਾਂ, ਆ ਦੇਖੋ, ਉਹਨਾਂ ਦਾ ਇੱਕ ਵੀਡੀਓ ਸੀਗਾ ਜਿਹੜਾ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ। ਮੈਂ ਆਪਣੇ ਵੱਲੋਂ ਕਿਉਂ ਕੋਈ ਗੱਲ ਕਰਨੀ ਜੀ, ਮੈਂ ਚਾਹਾਂਗਾ ਕਿ ਤੁਸੀਂ ਇਹ ਜਿਹੜਾ ਸਾਰੇ ਕੰਮ ਹੋਣਗੇ, ਕੋਈ ਕੰਮ ਰੁਕਦਾ ਨਹੀਂ। ਜੋ ਮੈਂ ਵਾਅਦੇ ਕੀਤੇ ਸੀ ਉਹਨਾਂ ਤੇ ਅਟਲ ਰਹੂੰਗਾ। ਇਹ ਧਿਆਨ ਰੱਖਿਓ, ਮੈਂ ਮੁਕਰਨ ਵਾਲਿਆਂ ਚੋਂ ਨਹੀਂ ਹੈ, ਮੈਂ ਠੋਕ ਕੇ ਕੰਮ ਕਰਨਾ ਤੁਹਾਡੇ ਸਾਰੇ। ਹਲੇ ਇਲੈਕਸ਼ਨਾਂ ਨੂੰ ਜਿੱਤਿਆਂ ਨੂੰ ਮੈਨੂੰ 15-20 ਦਿਨ ਹੀ ਹੋਏ ਸੀਗੇ। ਇੱਥੇ ਇੱਕ ਬੜੀ ਵੱਡੀ ਸਮੱਸਿਆ ਸੀ। ਮੈਂ ਤੇ ਇੱਥੇ ਤੁਹਾਡੇ ਸੂਰਿਆ ਐਨਕਲੇਵ ਕਰੀ ਲੜ ਕੇ ਵੀ ਚਲਾ ਗਿਆ, ਤੁਹਾਨੂੰ ਸ਼ਾਇਦ ਕਈਆਂ ਨੂੰ ਪਤਾ ਹੀ ਨਹੀਂ। ਮਤਲਬ ਹੀ ਐਡਮਿਸ਼ਨ ਕਿ ਮੈਂ ਲੜ ਕੇ ਗਿਆ, ਮੇਰਾ ਉਹਦੇ ਚ ਨਿੱਜੀ ਸਵਾਰਥ ਤੇ ਵੀਰੇ ਕੋਈ ਹੈ ਹੀ ਨਹੀਂ ਸੀਗਾ। ਚਲੋ ਫਿਰ ਆਪਣੀ ਸਾਰੀ ਬੈਠ ਕੇ ਸੈਟਲਮੈਂਟ ਹੋ ਗਈ। ਅਸੀਂ ਦੂਸਰੇ ਪਾਸੋਂ ਦੀ ਪਾਈਪਾਂ ਵਿਛਾ ਦਿੱਤੀਆਂ ਨੇ, ਪਾਈਪਾਂ ਵਿਛਾ ਦਿੱਤੀ। ਬਹੁਤ ਜਲਦੀ ਤੁਹਾਡੇ ਸਾਰੇ ਸੂਰਿਆ ਐਨਕਲੇਵ ਨੂੰ ਉਹਦਾ ਫਾਇਦਾ ਵੀ ਹੋਊਗਾ। ਇਹ ਕਿਹੜੀਆਂ ਪਾਈਪਾਂ ਵਿਛਾਈਆਂ ਸਰ, ਜਿਹਦੀ ਬਾਰੇ ਜਾਣਕਾਰੀ ਦੇ ਰਹੇ MLA ਸਾਹਿਬ? ਇਸੇ ਸੀਵਰ ਦੀ ਗੱਲ ਕਰ ਰਹੇ ਜੀ। ਇਸੇ ਸੀਵਰ ਲਾਈਨ ਦੇ ਆ ਕੇ ਉਹਨਾਂ ਨੇ ਗੱਲ ਕੀਤੀ ਸੀ ਕਿ ਹੁਣ ਮੈਨੂੰ ਤਾਂ ਆਪ ਸਮਝ ਨਹੀਂ ਇਹ ਪਾਈਪਾਂ ਵਿਛੀਆਂ ਕਦੋਂ, ਹੋਈਆਂ ਕਦੋਂ। ਔਰ ਉਸ ਤੋਂ ਬਾਅਦ ਇੱਕ ਨਿਊਜ਼ਪੇਪਰ ਦੇ ਵਿੱਚ SDO ਪਰਮਦੀਪ ਜੀ ਦਾ ਬਿਆਨ ਲੱਗਾ ਵੈ। ਉਹਨਾਂ ਨੇ ਕਿਹਾ ਵੈ ਕਿ ਸੈਕਿੰਡ ਰੂਟ ਦੇ ਉੱਪਰ ਸਾਰੀ ਵਰਕਿੰਗ ਹੋ ਗਈ ਹੈ। ਵੀਡੀਓ ਆ ਜਾਵੇ, ਅਖਬਾਰ 'ਚ SDO ਦਾ ਬਿਆਨ ਆ ਜਾਵੇ ਤੇ ਜਨਤਾ ਨੇ ਤੇ ਇਹੀ ਸਮਝਣਾ ਨਾ ਕਿ ਕੰਮ ਜਿਹੜਾ ਵਾ ਉਹ ਦੂਸਰੇ ਪਾਸੇ ਸ਼ੁਰੂ ਹੋਣ ਵਾਲਾ। ਵਿਵੇਕ ਜੀ, ਜਿਹੜੇ ਕੱਲ ਵਿਧਾਇਕ ਦੇ ਨਾਲ ਜਿਹੜੇ ਦੂਸਰੇ ਇਲਾਕੇ ਦੇ ਲੋਕ ਆਏ ਸੀਗੇ, ਉਹਨਾਂ ਦਾ ਕਹਿਣਾ ਹੈ ਕਿ 3 ਕੋਠੀਆਂ ਜਿਹੜੀਆਂ ਹੈਗੀਆਂ ਉਹਨਾਂ ਦੇ ਜਿਹੜੇ ਘਰ ਦੇ ਉਹਨਾਂ ਨੇ ਕੰਮ ਰੁਕਵਾਇਆ ਹੋਇਆ, ਅੱਗੇ ਪਾਈਪਾਂ ਅੱਗੇ ਨਹੀਂ ਪੈਣ ਦੇ ਰਹੇ ਹੈਗੇ। ਮੈਂ ਤੁਹਾਨੂੰ ਫਿਰ ਦੁਬਾਰਾ ਦੱਸਣਾ ਚਾਹੁੰਦਾ, ਦੇਖੋ ਫਿਰ ਤਾਂ ਕੰਮ ਸ਼ੁਰੂ ਹੀ ਨਾ ਹੁੰਦਾ ਜੇ ਇਦਾਂ ਦੀ ਕੋਈ ਪ੍ਰੋਬਲਮ ਸੀਗੀ। ਕੰਮ ਸ਼ੁਰੂ ਹੋਇਆ, ਪਰ ਜਿਹੜੀ ਏਜੰਸੀ ਇਸ ਕੰਮ ਨੂੰ ਕਰ ਰਹੀ ਏ ਉਹ ਟੈਕਨੀਕਲੀ ਉਨੀ ਸਾਊਂਡ ਨਹੀਂ ਹੈਗੀ। 10 ਫੁੱਟ ਦੀ ਪਾਈਪ ਜਿਹੜੀ ਹੈਗੀ 10 ਫੁੱਟ ਖੋਦਣਾ ਸੀਗਾ, ਉਹ ਖਾਈ ਜਿਹੜੀ ਹੈ 30 ਫੁੱਟ ਚੌੜੀ ਔਰ 30 ਫੁੱਟ ਡੂੰਘੀ ਹੋ ਗਈ, ਜਿਹਦੇ ਕਰਕੇ ਉੱਥੇ ਦੇ ਰੈਜ਼ੀਡੈਂਟ ਦੇ ਮਨ ਦੇ ਵਿੱਚ ਇੱਕ ਭੈ ਪੈਦਾ ਹੋ ਗਿਆ ਕਿ ਕੱਲ ਨੂੰ ਕਿਤੇ ਸਾਡੀਆਂ ਨੀਹਾਂ ਨਾ ਮਕਾਨਾਂ ਦੀਆਂ ਹਿਲ ਜਾਣ, ਕਿਉਂਕਿ ਮਿੱਟੀ ਉੱਥੋਂ ਖਿਸਕਣੀ ਸ਼ੁਰੂ ਹੋ ਗਈ ਸੀਗੀ। ਉਹਦੇ ਕਰਕੇ ਸੈਂਟਰ ਵਰਜ ਜਿਹੜਾ ਉਹ ਕਲੈਪਸ ਹੋ ਗਿਆ ਸੀਗਾ। ਦੇਖੋ, ਮੇਰਾ ਤਾਂ ਬੀਇੰਗ ਏ ਕਾਉਂਸਲਰ, ਮੇਰਾ ਦਾਇਿਤਵ ਹੈ ਮੇਰੇ ਪਰਿਵਾਰ ਦੇ ਵਿੱਚ, ਮੇਰੇ ਵਾਰਡ ਦੇ ਵਿੱਚ ਕੋਈ ਵੀ ਮੈਂਬਰ ਮੈਨੂੰ ਬੁਲਾਏਗਾ ਤੇ ਮੈਂ ਉੱਥੇ ਜਾਣਾ ਹੀ ਜਾਣਾ ਔਰ ਉਹਦੀ ਸਮੱਸਿਆ ਨੂੰ ਮੈਂ ਸੁਣਨਾ ਹੀ ਸੁਣਨਾ। ਔਰ ਇਹ ਜਿਹੜੀ ਏ MLA ਸਾਹਿਬ ਦੀ ਜਦੋਂ ਪਹਿਲੀ ਵਿਜ਼ਿਟ ਇੱਥੇ ਹੋਈ ਸੀਗੀ, ਉਦੋਂ ਅਸੀਂ ਸਾਰੀ ਉਹਨਾਂ ਨੂੰ ਜਾਣਕਾਰੀ ਦਿੱਤੀ। ਇਸੇ ਕਰਕੇ ਉਹਨਾਂ ਨੇ 6 ਮੈਂਬਰੀ ਕਮੇਟੀ ਬਣਾ ਕੇ ਇਹ ਨਿਰਣੇ ਲਿਆ ਕਿ ਦੂਸਰੇ ਰੂਟ ਦੇ ਉੱਪਰ ਵੀ ਕੰਮ ਕਰੋ। ਔਰ ਦੂਸਰੇ ਰੂਟ 'ਤੇ ਕੰਮ ਕਰਨ ਤੋਂ ਬਾਅਦ ਇਹ ਵੀਡੀਓ ਆਇਆ, ਉਸ ਤੋਂ ਬਾਅਦ SDO ਸਾਹਿਬ ਦਾ ਬਿਆਨ ਆਇਆ। ਮੈਨੂੰ ਤਾਂ ਕੱਲ ਵੀ ਇਹੀ ਅਹਿਸਾਸ ਸੀਗਾ ਕਿ ਕੋਈ ਹੋਰ ਨਵੀਂ ਚੀਜ਼ ਜਿਹੜੀ ਹੈ ਉਹ ਸ਼ਾਇਦ
ਇਹਦੇ ਤੇ ਇੰਪਲੀਮੈਂਟ ਕਰਨੀ ਹੋਏਗੀ, ਜਾਂ ਕੋਈ ਨਵੀਆਂ ਗਾਈਡਲਾਈਨਸ ਟੈਕਨੀਕਲ ਟੀਮ ਨੂੰ ਦੇ ਕੇ ਇਸ ਕੰਮ ਨੂੰ ਪਰਸਿਊ ਕਰਨਾ ਹੋਏਗਾ। ਦੇਖੋ ਗੱਲ ਹੈ ਕਿ ਅਸੀਂ ਸੂਰਿਆ ਐਨਕਲੇਵ ਦੇ ਨਿਵਾਸੀ ਹਾਂ, ਅਸੀਂ ਇੱਥੇ ਹੀ ਰਹਿਣਾ। ਅਸੀਂ ਕੋਈ ਆਪਣੇ ਘਰ ਨੂੰ ਟਾਇਰ ਨਹੀਂ ਲਾਏ ਹੋਏ ਕਿ ਅਸੀਂ ਕੱਲ ਨੂੰ ਕਿਤੇ ਹੋਰ ਚਲੇ ਜਾਣਾ। ਔਰ ਇਸ ਏਰੀਏ ਦਾ ਸੁਧਾਰ ਹੋਵੇ, ਇੱਥੇ ਜਿਹੜੀ ਦਿੱਕਤ ਹੈ ਉਹਦਾ ਸਮਾਧਾਨ ਹੋਵੇ। ਜਿਸ ਬੰਦੇ ਦਾ ਜੋ ਸਤਰ ਹੈ ਉਹਨੇ ਉਸ ਸਤਰ ਤੇ ਜਾ ਕੇ ਕਰਨਾ। ਔਰ ਤੁਹਾਡੇ ਧਿਆਨ ਦੇ ਵਿੱਚ ਹੈ ਬਸ਼ੀਰਪੁਰਾ, ਕਮਲ ਵਿਹਾਰ, ਰਾਇਲ ਐਨਕਲੇਵਸ, ਲੱਕੜਵਾਲਾ ਪੁਲ, ਠਾਕੁਰ ਸਿੰਘ ਕਲੋਨੀ। ਹੁਣ ਰਾਤੀ 4 ਵਜੇ ਅਸੀਂ ਉੱਥੇ ਜਾ ਕੇ ਕੰਮ ਕੀਤਾ ਵੈ। ਅੱਜ ਟਰਾਂਸਫਾਰਮਰ ਦੀਆਂ ਕੋਈ ਦਿੱਕਤ ਸੀਗੀਆਂ ਆਈਆਂ ਬਿਜਲੀ ਦੀਆਂ, ਉਹ ਰੈਕਟੀਫਾਈ ਕੀਤੀਆਂ। ਪਰ ਏਜੰਸੀਆਂ ਤੇ ਉਹੀ ਹੈ ਨਾ ਜੀ। ਹੁਣ ਜੇ ਬਿਜਲੀ ਬੋਰਡ ਹੈ, ਬਿਜਲੀ ਬੋਰਡ ਨੇ ਕੰਮ ਕਰਨਾ। ਜੇ ਨਿਗਮ ਹੈ ਤੇ ਨਿਗਮ ਨੇ ਕੰਮ ਕਰਨਾ। ਜੇ ਸੀਵਰ ਬੋਰਡ ਹੈ ਤੇ ਸੀਵਰ ਬੋਰਡ ਨੇ ਕੰਮ ਕਰਨਾ। ਸਾਡਾ ਉਦੋਂ ਵੀ ਜਿਹੜੀ ਟੀਮ ਹੈੱਡ ਆਏ ਸੀਗਾ ਉਹਨਾਂ ਨਾਲ ਇਹੀ ਸੀਗਾ ਕਿ ਕੰਮ ਨੂੰ ਤੁਸੀਂ ਜੇ ਤਰੀਕੇ ਨਾਲ ਕਰੋਗੇ। ਹੁਣ ਗਦਈਪੁਰ ਵਾਲੇ ਪਾਸੇ ਸੀਵਰ ਪਿਆ ਜੀ, ਉੱਥੇ ਜਾ ਕੇ ਦੇਖੋ, ਸਿਰਫ 8 ਫੁੱਟ ਉਹਨਾਂ ਨੇ ਡਿਗਿੰਗ ਕੀਤੀ ਔਰ ਬੜੇ ਵਧੀਆ ਤਰੀਕੇ ਨਾਲ ਉੱਥੇ ਸੀਵਰ ਪਿਆ। ਇੱਥੇ ਦੀ ਜਿਹੜੀ ਏਜੰਸੀ ਕੰਮ ਕਰ ਰਹੀ, ਸਾਡੀ ਹੁਣ ਵੀ ਇਹੀ ਹੈ ਕਿ ਜੇ ਉਹ ਵਧੀਆ ਤਰੀਕੇ ਨਾਲ ਅੱਛੀਆਂ ਗਾਈਡਲਾਈਨਸ ਲੈ ਕੇ, ਪ੍ਰੀਕਾਸ਼ਨਸ ਲੈ ਕੇ ਕੰਮ ਕਰੇ, ਉੱਥੇ ਦੇ ਰੈਜ਼ੀਡੈਂਟ ਦੇ ਮਨ ਦੇ ਵਿੱਚ ਉਹ ਭੈ ਖਤਮ ਹੋਵੇ, ਤੇ ਕੰਮ ਕਰਨ ਨੂੰ ਕੀ ਦਿੱਕਤ ਹੈ। ਮਸਲੇ ਦਾ ਹੱਲ ਹੋਣਾ ਚਾਹੀਦਾ। ਮੈਂ ਤਾਂ ਥੋੜ੍ਹੇ ਦਿਨ ਪਹਿਲੇ ਤੁਹਾਡੇ ਧਿਆਨ 'ਚ ਆਉਣਾ, ਮੈਂ ਲਾਈਵ ਹੋ ਕੇ ਇਹ ਗੱਲ ਕੀਤੀ ਹੈ। ਭਾਵੇਂ ਕਾਰਪੋਰੇਸ਼ਨ ਕਰੇ, ਭਾਵੇਂ ਸੀਵਰ ਬੋਰਡ ਕਰੇ, ਭਾਵੇਂ ਇੰਪਰੂਵਮੈਂਟ ਟਰਸਟ ਕਰੇ, ਕੰਮ ਹੋਣਾ ਚਾਹੀਦਾ। ਸਮੱਸਿਆ ਦਾ ਸਮਾਧਾਨ ਹੋਣਾ ਚਾਹੀਦਾ। ਮੈਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ 'ਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾਏਗਾ ਔਰ ਸਮੱਸਿਆ ਦਾ ਸਮਾਧਾਨ। ਸਰ, ਜਿਹੜਾ ਇਹ ਸੀਵਰ ਲਾਈਨ ਦਾ ਪ੍ਰੋਜੈਕਟ ਚੱਲ ਰਿਹਾ ਹੈ, ਇਹਦੇ ਵਿੱਚ ਤੁਹਾਡੇ ਵੱਲੋਂ ਕਿਹਾ ਜਾ ਰਿਹਾ ਕੁਝ ਟੈਕਨੀਕਲ ਪ੍ਰੋਬਲਮਸ ਹੈਗੀਆਂ ਆ, ਉਹ ਥੋੜ੍ਹਾ ਜਿਹਾ ਸਾਨੂੰ ਕਲੀਅਰ ਕਰੋ। ਕਿਸ ਤਰ੍ਹਾਂ ਦੀਆਂ ਟੈਕਨੀਕਲ ਪ੍ਰੋਬਲਮਸ ਹੈਗੀਆਂ? ਦੇਖੋ, ਜਿੱਦਾਂ ਪ੍ਰੋਬਲਮ ਆਈ ਕੀ ਸੀ, ਡਿਗਿੰਗ ਕਰਨੀ ਸ਼ੁਰੂ ਕੀਤੀ ਇਹਨਾਂ ਨੇ, ਉਹ ਮਿੱਟੀ ਜਿਹੜੀ ਹੈ ਉਹ ਕੋਲੈਪਸ ਹੋ ਕੇ ਸਾਈਡਾਂ ਤੋਂ ਗਿਰ ਗਈ ਔਰ ਉਹ 11, 12, 15 ਫੁੱਟ ਦੀ ਜਿਹੜੀ ਖਾਈ ਹੈ ਉਹ 30 ਫੁੱਟ ਤੱਕ ਚੌੜੀ ਹੋ ਗਈ, ਜਿਹਦੇ ਕਰਕੇ ਉੱਥੇ ਦੇ ਲੋਕਾਂ ਨੂੰ ਭੈ ਪੈਦਾ ਹੋ ਗਿਆ, ਹੈ ਨਾ ਜੀ। ਮੈਂ ਤਾਂ ਅੱਜ ਵੀ ਕਹਿੰਦਾ, ਜੇ ਪ੍ਰੀਕਾਸ਼ਨਰੀ ਮੈਜ਼ਰਮੈਂਟ ਲੈ ਕੇ ਇੱਕ ਪਾਈਪ ਪਾਈ ਜਾਵੇ, ਮਤਲਬ 2 ਪਾਈਪਾਂ ਦੀ ਖੁਦਾਈ ਕੀਤੀ ਜਾਵੇ, 1 ਪਾਈਪ ਪਾ ਲਈ ਜਾਵੇ, ਉਸ ਤੋਂ ਬਾਅਦ ਉਹਨੂੰ ਪੂਰ ਦਿੱਤਾ ਜਾਵੇ, ਫਿਰ ਅੱਗੇ 1 ਪਾਈਪ ਵਾਸਤੇ ਖੋਲ੍ਹ ਲਿਆ ਜਾਵੇ, ਭਾਵੇਂ ਸਵੇਰੇ ਕੰਮ ਸ਼ੁਰੂ ਕਰ ਲਓ। ਮਨਾ ਕੌਣ ਕਰਦਾ? ਸਹੀ ਤਰੀਕੇ ਨਾਲ ਕੰਮ ਹੋਵੇ, ਵਧੀਆ ਤਰੀਕੇ ਨਾਲ। ਕਿਸੇ ਦਾ ਵੀ ਇਹ ਨਹੀਂ ਨਾ ਜੀ ਕਿ ਇੱਕ ਪਾਸੇ ਦੀ ਸਮੱਸਿਆ ਨੂੰ ਆਪਾਂ ਠੀਕ ਕਰਦੇ ਦੂਜੇ ਪਾਸੇ ਸਮੱਸਿਆ ਕ੍ਰੀਏਟ ਕਰ ਲਈਏ। ਸਮੱਸਿਆ ਤੇ ਸਮੱਸਿਆ ਹੀ ਹੈ। ਉੱਧਰ ਦੇ ਲੋਕ ਕੋਈ ਬੇਗਾਨੇ ਨਹੀਂ ਹੈ, ਉਹ ਵੀ ਸਾਡੇ ਹੀ ਪਰਿਵਾਰ ਦੇ ਹਿੱਸਾ ਹੈ, ਸਾਡੇ ਹੀ ਸਮਾਜ ਦੇ ਹਿੱਸਾ ਹੈ। ਉਹਨਾਂ ਨੂੰ ਖੁਸ਼ਹਾਲ ਵਧੀਆ ਜੀਵਨ ਮਿਲਣਾ ਚਾਹੀਦਾ। ਉਹ ਵਾਕਈ ਨਰਕ ਭੋਗਦੇ ਪਏ ਹੈ। ਇਹ ਕਿਸੇ ਨੂੰ ਦਸਾਉਣ ਦੀ ਲੋੜ ਨਹੀਂ ਹੈਗੀ, ਦਿਖਦਾ ਵਾ। ਮਤਲਬ ਸੜਕ ਕਿੱਥੇ ਹੈ, ਖਾਈ ਕਿੱਥੇ ਹੈ, ਪਾਣੀ ਦਾ ਲੈਵਲ ਇੰਨਾ ਭਰਿਆ ਪਿਆ ਵਾ, ਹਨੇਰੇ ਦੇ ਵਿੱਚ ਕੋਈ ਐਕਟਿਵਾ ਵਿੱਚ ਡਿੱਗ ਜਾਵੇ, ਕੋਈ ਐਕਸੀਡੈਂਟ ਹੋ ਜਾਵੇ, ਪਤਾ ਹੀ ਨਹੀਂ ਲੱਗਣਾ। ਇਹਦਾ ਬਿਲਕੁਲ ਇਮਾਨਦਾਰੀ ਨਾਲ ਕੰਮ ਹੋਣਾ ਚਾਹੀਦਾ ਹੈ। ਮੈਂ ਫਿਰ ਦੁਬਾਰਾ ਤੁਹਾਡੇ ਮਾਧਿਅਮ ਨਾਲ ਬੇਨਤੀ ਕਰਦਾ ਕਿ ਕਿਸੇ ਵਧੀਆ ਏਜੰਸੀ ਨੂੰ ਟੈਕਨੀਕਲ ਗਾਈਡਲਾਈਨ ਜਿਹੜੀਆਂ ਪੂਰੀ ਤਰ੍ਹਾਂ ਫੋਲੋ ਕਰੇ, ਉਹ ਕੰਮ ਕਰੇ। ਹੁਣ L&T ਵਰਗੀ ਏਜੰਸੀ ਹੈ, ਜੇ ਉਹ ਕੰਮ ਕਰੇਗੀ ਤੇ ਉਹਦਾ ਕੰਮ ਕਰਨ ਦਾ ਇੱਕ ਹੋਰ ਤਰੀਕਾ ਵਾ। ਕੋਈ ਦੇਸੀ ਕੰਪਨੀ ਨੂੰ ਤੁਸੀਂ ਦੇ ਦਿਓਗੇ ਕੰਮ, ਤੇ ਉਹਦਾ ਇੱਕ ਆਪਣਾ ਤਰੀਕਾ ਵਾ। 4 ਏਜੰਸੀਆਂ ਇਸ ਕੰਮ ਵਾਸਤੇ ਹੁੰਦੀਆਂ। ਸੀਵਰ ਬੋਰਡ ਹੈ, ਸੜਕ ਵਾਲੇ ਹੈ, ਫੋਰੈਸਟ ਵਾਲੇ ਹੈ, ਇਹ ਸਾਰੀਆਂ ਏਜੰਸੀਆਂ ਰਲ ਮਿਲ ਕੇ ਕੰਮ ਕਰਨ, ਭਾਵੇਂ ਸਵੇਰੇ ਸ਼ੁਰੂ ਕਰੋ। ਮੈਂ ਬਹੁਤ ਬਹੁਤ ਧੰਨਵਾਦ ਕਰਦਾ, ਤੁਸੀਂ ਸਮੇਂ ਕੱਢਿਆ ਔਰ ਜਨਤਾ ਦੇ ਵਿੱਚ ਇਹਦਾ ਹੱਲ ਜਿਹੜਾ ਆਪਾਂ ਲੈ ਕੇ ਜਾਵਾਂਗੇ। ਬਹੁਤ ਤੁਹਾਡਾ ਸਭ ਦਾ ਧੰਨਵਾਦ।